हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ ਪੰਜਾਬ ਹਿਸਟਰੀ ਜੀਕੇ ਅਗਲਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਉੱਤਰ ਬਣਦੇ ਨੇ ਉਹ ਸਾਰੇ ਤੁਹਾਡੇ ਨਾਲ ਅਸੀਂ ਕੰਟੀਨਿਊ ਭਾਗਾਂ ਦੇ ਵਿੱਚ ਸ਼ੇਅਰ ਕਰ ਰਹੇ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ। ਸੋ ਸਿਪਾਹੀ ਜੇਲ੍ਹ ਵਾਰਡਨ ਦਾ ਐਗਜ਼ਾਮ ਹੋਣ ਜਾ ਰਿਹਾ, ਮੈਟਰਨ ਦਾ ਐਗਜ਼ਾਮ ਹੋਣ ਜਾ ਰਿਹਾ ਜਾਂ ਫਿਰ ਪੰਜਾਬ ਦੇ ਵਿੱਚ ਜੋ ਵੀ ਤੁਸੀਂ ਐਗਜ਼ਾਮ ਦੇਣ ਜਾ ਰਹੇ ਹੋ ਤਾਂ ਸਾਰਿਆਂ ਲਈ ਇਹ ਕੁਐਸਚਨ ਤੁਸੀਂ ਰੀਡ ਕਰ ਸਕਦੇ ਹੋ। ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਣਗੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਜਿੱਥੇ ਜਾ ਕੇ ਸਾਰੇ ਤੁਸੀਂ ਪਹਿਲਾਂ ਵਾਲੇ ਪ੍ਰਸ਼ਨ ਉੱਤਰ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 61, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਵਿਸ਼ਵਾਸਯੋਗ ਸਰੋਤ ਕਿਹੜਾ ਹੈ, ਜਿਸ ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਵਿਸ਼ਵਾਸਯੋਗ ਜਿਹੜਾ ਸਰੋਤ ਹੈ ਉਹ ਮੰਨਿਆ ਜਾਂਦਾ ਹੈ। ਜਨਮ ਸਾਖੀਆਂ, ਭਾਈ ਗੁਰਦਾਸ ਦੀਆਂ ਵਾਰਾਂ, ਆਦਿ ਗ੍ਰੰਥ ਜਾਂ ਫਿਰ ਜਪਜੀ ਸਾਹਿਬ। ਤਾਂ ਇਹ ਸਰੋਤ ਮੰਨਿਆ ਜਾਂਦਾ ਜੀ ਆਦਿ ਗ੍ਰੰਥ, ਆਪਸ਼ਨ ਈਡੀ, ਜਿਸ ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਜੋ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਇਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਸਭ ਤੋਂ ਵਿਸ਼ਵਾਸਯੋਗ ਸਰੋਤ ਹੈ ਜਿਹੜਾ ਆਦਿ ਗ੍ਰੰਥ ਸਾਹਿਬ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 62, ਬਾਲਕ ਨਾਨਕ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਕਿਹੜਾ ਪੰਡਤ ਬੁਲਾਇਆ ਗਿਆ ਸੀਗਾ? ਪੰਡਤ ਕਿਰਪਾ ਰਾਮ, ਪੰਡਤ ਹਰਦਿਆਲ, ਪੰਡਤ ਗੋਪਾਲ ਜਾਂ ਫਿਰ ਰੁਕਨੂਦੀਨ। ਤਾਂ ਇਹ ਪੰਡਤ ਬੁਲਾਇਆ ਗਿਆ ਸੀ ਜੀ ਪੰਡਤ ਹਰਦਿਆਲ, ਆਪਸ਼ਨ ਆੜਾ। ਸੋ ਗੁਰੂ ਨਾਨਕ ਦੇਵ ਜੀ ਜਦੋਂ ਬਾਲਕ ਸੀ ਤਾਂ ਇਹਨਾਂ ਨੂੰ ਜਨੇਊ ਪਾਉਣ ਦੀ ਰਸਮ ਨੂੰ ਪੂਰੀ ਕਰਨ ਲਈ ਪੰਡਤ ਹਰਦਿਆਲ ਨੂੰ ਬੁਲਾਇਆ ਗਿਆ ਸੀ। ਅਗਲਾ ਪ੍ਰਸ਼ਨ ਹੈ ਚੈਤਨਯ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਇਹਨਾਂ ਦੀ ਮੁਲਾਕਾਤ ਕਦੋਂ ਹੋਈ ਸੀ, ਕਿਹੜੇ ਈਅਰ ਦੇ ਵਿੱਚ ਹੋਈ ਸੀ? 1510, 1501, 1517 ਜਾਂ ਫਿਰ 1521 ਦੇ ਵਿੱਚ। ਤਾਂ ਇਹਨਾਂ ਦੀ ਮੁਲਾਕਾਤ ਹੋਈ ਸੀ 1510 ਈਸਵੀ ਦੇ ਵਿੱਚ, ਚੈਤਨਯ ਪ੍ਰਭੂ ਅਤੇ ਗੁਰੂ ਨਾਨਕ ਦੇਵ ਜੀ ਦੀ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕੌਣ ਸੀਗੇ? ਚੈਤਨਯ ਮਹਾਂਪ੍ਰਭੂ, ਸੰਤ ਕਬੀਰ, ਵੱਲਭਾਚਾਰੀਆ ਜਾਂ ਉਪਰੋਕਤ ਸਾਰੇ। ਸੋ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਇਹ ਤਿੰਨੋਂ ਸੀਗੇ, ਉਪਰੋਕਤ ਸਾਰੇ ਸਾਡਾ ਆਨਸਰ ਆਏਗਾ। ਅਗਰ ਐਗਜ਼ਾਮ ਦੇ ਵਿੱਚ ਆਪਸ਼ਨਾਂ ਚੇਂਜ ਹੁੰਦੀਆਂ ਨੇ ਤਿੰਨਾਂ ਦੇ ਵਿੱਚੋਂ ਇੱਕ ਨਾਮ ਤੁਹਾਨੂੰ ਮਿਲ ਜਾਂਦਾ ਹੈ ਤਾਂ ਇੱਕ 'ਤੇ ਟਿਕ ਕਰ ਦਿਓ। ਅਗਰ ਦੋ ਨਾਮ ਮਿਲ ਜਾਂਦੇ ਆ ਤਾਂ ਸੱਸਾ ਆਪਸ਼ਨ ਦੇ ਵਿੱਚ ਮੰਨ ਲਓ ਆੜਾ ਅਤੇ ਈੜੀ, ਇਸ ਤਰ੍ਹਾਂ ਆਪਸ਼ਨਾਂ ਪਾ ਦੇਣਗੇ ਤਾਂ ਤੁਸੀਂ ਆੜਾ ਅਤੇ ਈੜੀਆਂ ਕਰਨੀਆਂ ਨੇ। ਸੋ ਇਹ ਆਪਸ਼ਨਾਂ ਯਾਦ ਰੱਖਿਓ, ਚੈਤਨਯ ਮਹਾਂਪ੍ਰਭੂ, ਸੰਤ ਕਬੀਰ, ਵੱਲਭਾਚਾਰੀਆ। ਸੋ ਇਹ ਤਿੰਨੋਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੀਗੇ। ਅਗਲਾ ਪ੍ਰਸ਼ਨ ਹੈ ਉਲੇਮਾ ਕੌਣ ਸੀ? ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ, ਲਗਭਗ ਐਗਜ਼ਾਮ ਦੇ ਵਿੱਚ ਹਰ ਇੱਕ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ। ਉਲਮਾ ਜਾਂ ਉਲੇਮਾ ਕਹਿ ਦਿੱਤਾ ਜਾਂਦਾ ਹੈ। ਜੈਨ ਧਰਮ ਦੇ ਪ੍ਰਚਾਰਕ, ਬੁੱਧ ਧਰਮ ਦੇ ਪ੍ਰਚਾਰਕ, ਇਸਲਾਮ ਧਰਮ ਦੇ ਧਾਰਮਿਕ ਨੇਤਾ ਜਾਂ ਫਿਰ ਸਿੱਖ ਸ਼ਰਧਾਲੂਆਂ ਦਾ ਇਕੱਠ। ਤਾਂ ਉਲਮਾ ਸੀ ਜਾਂ ਉਲੇਮਾ ਕੌਣ ਸੀਗੇ? ਤਾਂ ਇਹ ਸੀਗੇ ਇਸਲਾਮ ਧਰਮ ਦੇ ਧਾਰਮਿਕ ਨੇਤਾ ਜਿਨ੍ਹਾਂ ਨੂੰ ਉਲਮਾ ਕਿਹਾ ਜਾਂਦਾ ਸੀ। ਆਪਸ਼ਨ ਈਡੀ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਈਸ਼ਵਰ ਦੀ ਮਹਿਮਾ ਦਾ ਜ਼ਿਕਰ ਕੀਤਾ? 12 ਜਪਜੀ ਸਾਹਿਬ, ਵਾਰਮਲਾ ਜਾਂ ਫਿਰ ਆਸਾ ਦੀ ਵਾਰ। ਤਾਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੋ ਇਹਨਾਂ ਦੀ ਰਚਨਾ ਹੈ ਇਹਦੇ ਵਿੱਚ ਈਸ਼ਵਰ ਦੀ ਮਹਿਮਾ ਦਾ ਜ਼ਿਕਰ ਕੀਤਾ ਹੈ। ਆਪਸ਼ਨ ਆੜਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਨਾਦਿਰ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਰੱਬ ਦਾ ਆਦੇਸ਼, ਰੱਬ ਦੀ ਕਿਰਪਾ, ਆਤਮ ਸਮਰਪਣ ਜਾਂ ਫਿਰ ਸਤਨਾਮ ਦਾ ਜਾਪ। ਤਾਂ ਨਾਦਰ ਸ਼ਬਦ ਦਾ ਸ਼ਾਬਦਿਕ ਅਰਥ ਜਿਹੜਾ ਉਹ ਰੱਬ ਦੀ ਕਿਰਪਾ ਹੈ, ਵੀ ਇਹ ਰੱਬ ਕਿਰਪਾ ਕਰਦਾ ਹੈ। ਸੋ ਆਪਾਂ ਗੁਰਬਾਣੀ ਨਾਲ ਸੰਬੰਧਿਤ ਵੀ ਸੁਣੇ ਹੋਣਗੇ ਇਹ ਜੋ ਧਾਰਮਿਕ ਸੌਂਗ ਹੁੰਦੇ ਹੈ। ਹੁਕਮ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਰੱਬ ਦਾ ਆਦੇਸ਼, ਰੱਬ ਦੀ ਕਿਰਪਾ, ਆਤਮ ਸਮਰਪਣ ਜਾਂ ਫਿਰ ਸਤਨਾਮ ਦਾ ਜਾਪ। ਤਾਂ ਹੁਕਮ ਸ਼ਬਦ ਦਾ ਸ਼ਾਬਦਿਕ ਅਰਥ ਹੈ ਜਿਹੜਾ ਉਹ ਰੱਬ ਦਾ ਆਦੇਸ਼ ਹੈ, ਤੁਹਾਨੂੰ ਪਤਾ ਲੱਗੇ ਹੋਏਗਾ ਹੁਕਮ ਤੋਂ। ਸੋ ਨਦਰ ਹੁੰਦੀ ਹੈ ਕਿਰਪਾ। ਸੋ ਦੋਨੋਂ ਤੁਸੀਂ ਯਾਦ ਰੱਖਣੇ ਹੈ।
ਮੱਕਾ ਅਤੇ ਮਦੀਨਾ ਦੀ ਯਾਤਰਾ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੇ ਦੌਰਾਨ ਕੀਤੀ ਸੀ? ਪਹਿਲੀ ਉਦਾਸੀ, ਦੂਜੀ ਉਦਾਸੀ, ਤੀਜੀ ਉਦਾਸੀ ਜਾਂ ਫਿਰ ਚੌਥੀ ਉਦਾਸੀ ਸਮੇਂ? ਤਾਂ ਮੱਕਾ ਅਤੇ ਮਦੀਨਾ ਦੀ ਯਾਤਰਾ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਦੁਆਰਾ ਚੌਥੀ ਉਦਾਸੀ ਦੇ ਦੌਰਾਨ ਕੀਤੀ ਗਈ ਸੀ। ਆਪਸ਼ਨ ਸੱਸਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੋਸਟ ਇੰਪੋਰਟੈਂਟ ਹੈ, ਰਬਾਬ ਕੀ ਹੈ? ਇੱਕ ਸਥਾਨ ਦਾ ਨਾਮ, ਤਲਵਾਰ, ਘੋੜੇ ਦਾ ਨਾਂ ਜਾਂ ਫਿਰ ਇੱਕ ਸੰਗੀਤ ਸਾਜ਼? ਤਾਂ ਰਬਾਬ ਹੈ ਜਿਹੜੀ ਉਹ ਇੱਕ ਸੰਗੀਤ ਸਾਜ਼ ਹੈ। ਆਪਸ਼ਨ ਸੱਸਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅੰਜਨ ਨਹੀਂ ਨਿਰੰਜਨ ਰਹਿਓ ਦਾ ਸਿਧਾਂਤ ਕਿਸ ਨੇ ਦਿੱਤਾ ਸੀ? ਸੰਤ ਕਬੀਰ, ਬਾਬਾ ਫਰੀਦ, ਰਾਮਾਨੰਦ ਜਾਂ ਫਿਰ ਗੁਰੂ ਨਾਨਕ ਦੇਵ ਜੀ ਨੇ? ਤਾਂ ਇਹ ਦਿੱਤਾ ਸੀਗਾ ਜੀ ਗੁਰੂ ਨਾਨਕ ਦੇਵ ਜੀ ਨੇ ਇਸ ਸਿਧਾਂਤ ਨੂੰ ਦਿੱਤਾ ਸੀਗਾ। ਆਪਸ਼ਨ ਸੱਸਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ 'ਤੇ ਦੌਲਤ ਖਾਂ ਲੋਧੀ ਦੀ ਨੌਕਰੀ ਕੀਤੀ ਸੀ? ਸਰਹੰਦ, ਪੇਸ਼ਾਵਰ, ਸੁਲਤਾਨਪੁਰ ਜਾਂ ਫਿਰ ਲਾਹੌਰ? ਤਾਂ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਦੇ ਸੁਲਤਾਨਪੁਰ ਦੇ ਵਿੱਚ ਨੌਕਰੀ ਕੀਤੀ ਸੀ। ਸੁਲਤਾਨਪੁਰ ਲੋਧੀ, ਸੋ ਇੱਥੇ ਸੁਲਤਾਨਪੁਰ ਸ਼ਾਰਟ ਦੇ ਵਿੱਚ ਹੈ, ਐਗਜ਼ਾਮ ਦੇ ਵਿੱਚ ਇਸੇ ਤਰ੍ਹਾਂ ਹੀ ਪਾ ਦਿੱਤਾ ਜਾਂਦਾ ਹੈ। ਆਪਾਂ ਪੰਜਾਬੀ ਦੇਖਦੇ ਹੁੰਦੇ ਹਾਂ ਕਿਸ ਤਰ੍ਹਾਂ ਦੀ ਹੁੰਦੀ ਹੈ, ਸੋ ਬਹੁਤ ਉਹ ਸ਼ਾਰਟਕੱਟ ਪ੍ਰੋਪਰ ਪੰਜਾਬੀ ਨਹੀਂ ਲਿਖੀ ਹੁੰਦੀ। ਸੋ ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਦੇ ਨੌਕਰੀ ਕਰੀ ਸੀ, ਜਿੱਥੇ 13 ਤੋਲਿਆ ਸੀਗਾ। ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਦੇ ਵਿੱਚ ਗੁਰੂ ਦੀ ਮਹਿਮਾ ਦਾ ਜ਼ਿਕਰ ਕੀਤਾ ਹੈ? ਜਪਜੀ ਸਾਹਿਬ, ਆਸਾ ਦੀ ਵਾਰ, 12 ਮਾਹ ਜਾਂ ਫਿਰ ਵਾਰ ਮਿਲਾ? ਤਾਂ ਇਹ ਕੀਤਾ ਜੀ ਆਸਾ ਦੀ ਵਾਰ ਦੇ ਵਿੱਚ। ਆਪਸ਼ਨ ਆੜਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਏਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ, ਇਹ ਸ਼ਬਦ ਕਿਹੜੇ ਗੁਰੂ ਸਾਹਿਬ ਦੇ ਸਨ? ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ? ਤਾਂ ਇਹ ਸ਼ਬਦ ਸੀਗੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸੀਗੇ। ਆਪਸ਼ਨ ਊੜਾ ਸਾਡਾ ਸਹੀ ਆਨਸਰ ਆਏਗਾ। ਸੋ ਬਾਣੀ ਨਾਲ ਸੰਬੰਧਿਤ ਕੁਐਸਚਨ ਵੀ ਪੁੱਛੇ ਜਾਂਦੇ ਹੈ, ਅਕਸਰ ਆਪਾਂ ਹਿਸਟਰੀ ਦੇ ਵਿੱਚ ਦੇਖਦੇ ਹਾਂ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਈਸ਼ਵਰ ਸੰਬੰਧੀ ਵਿਚਾਰਾਂ ਦੇ ਵਿੱਚ ਕਿਹੜਾ ਤੱਥ ਉਢੁਕਵਾਂ ਹੈ? ਰੱਬ ਨਿਰੰਕਾਰ, ਸਰਬ ਵਿਆਪਕ, ਸਰਬ ਸ਼ਕਤੀਮਾਨ ਹੈ। ਰੱਬ ਹੀ ਮਨੁੱਖ ਦਾ ਸੱਚਾ ਗੁਰੂ ਹੈ। ਰੱਬ ਨਿਰਗੁਣ ਵੀ ਹੈ ਅਤੇ ਸਰਗੁਣ ਵੀ ਹੈ ਅਤੇ ਰੱਬ ਨਾਸ਼ਵਾਨ ਹੈ। ਸੋ ਉਢੁਕਵਾਂ ਸ਼ਬਦ ਜਿਹੜਾ ਸਹੀ ਨਹੀਂ ਲੱਗਦਾ ਤਾਂ ਉਹ ਹੈਗਾ ਰੱਬ ਨਾਸ਼ਵਾਨ ਹੈ। ਆਪਸ਼ਨ ਸੱਸਾ ਇਹ ਸ਼ਬਦ ਹੈ ਜਿਹੜਾ ਉਢੁਕਵਾਂ ਹੈ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਜਾਂ ਈਸ਼ਵਰ ਸੰਬੰਧੀ ਵਿਚਾਰਾਂ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਅਜੋਕਾ ਨਾਂ ਕੀ ਹੈ? ਨਾਨਕ ਮੱਤਾ, ਚੱਕ ਨਾਨਕੀ, ਨਾਨਕਸਰ ਜਾਂ ਫਿਰ ਨਨਕਾਣਾ ਸਾਹਿਬ? ਅਜੋਕਾ ਯਾਨੀ ਕਿ ਅੱਜ ਦਾ ਨਾਮ, ਤਾਂ ਉਹ ਨਾਮ ਹੈ ਜੀ ਨਨਕਾਣਾ ਸਾਹਿਬ। ਅਜੋਕਾ ਨਾਮ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਸੋ ਧਾਰਮਿਕ ਬਹੁਤ ਸਾਰੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸੀ? ਤਰਖਾਣ ਸੀ, ਵਪਾਰੀ ਸੀ, ਪਟਵਾਰੀ ਸੀ ਜਾਂ ਫਿਰ ਠੇਕੇਦਾਰ ਸੀ? ਤਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਸੀ ਜਿਹੜੇ ਉਹ ਪਟਵਾਰੀ ਸੀ। ਸੋ ਇਹ ਕਿਤੇ ਨਾ ਕਿਤੇ ਆਪਸ਼ਨ ਦੇ ਵਿੱਚ ਡਾਊਟ ਲੱਗਦਾ ਹੈ, ਸੋ ਰਾਈਟ ਆਨਸਰ ਜ਼ਰੂਰ ਕਮੈਂਟ ਕਰਿਓ। ਅਗਲਾ ਪ੍ਰਸ਼ਨ ਹੈ, ਗੋਰਖਮੱਤਾ ਕਿਹੜੇ ਦੇਸ਼ ਦੇ ਵਿੱਚ ਸਥਿਤ ਹੈ? ਹਿਮਾਚਲ ਪ੍ਰਦੇਸ਼, ਨੇਪਾਲ, ਉੱਤਰ ਪ੍ਰਦੇਸ਼ ਜਾਂ ਫਿਰ ਉੜੀਸਾ? ਤਾਂ ਗੋਰਖਮੱਥਾ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਆਤਮ ਸਮਰਪਣ ਤੋਂ ਕੀ ਭਾਵ ਹੈ? ਬੁਰਾਈਆਂ ਦਾ ਤਿਆਗ ਕਰਨਾ, ਹੰਕਾਰ ਦਾ ਤਿਆਗ ਕਰਨਾ, ਸੌਂਪਣਾ ਜਾਂ ਫਿਰ ਰੱਬ ਦੇ ਭਾਣੇ ਨੂੰ ਮੰਨਣਾ? ਸੋ ਬਿਲਕੁਲ ਇੱਕੋ ਜਿਹੀਆਂ ਆਪਸ਼ਨਾਂ ਨੇ, ਤੁਸੀਂ ਧਿਆਨ ਨਾਲ ਦੇਖਿਓ ਆਤਮ ਸਮਰਪਣ ਤੋਂ ਕੀ ਭਾਵ ਹੁੰਦਾ। ਚਾਰੇ ਆਪਸ਼ਨਾਂ ਮਿਲਦੀਆਂ ਜੁਲਦੀਆਂ ਨੇ। ਸੋ ਇੱਥੇ ਆਪਾਂ ਐਗਜ਼ਾਮ ਦੇ ਵਿੱਚ ਜ਼ਰੂਰ ਕਨਫਿਊਜ਼ ਹੁੰਦੇ ਹਾਂ। ਸੋ ਅਗਰ ਤੁਸੀਂ ਇਹ ਕੁਐਸਚਨ ਪੜ੍ਹਿਆ ਹੋਇਆ ਤਾਂ ਆਸਾਨੀ ਨਾਲ ਤੁਹਾਨੂੰ ਯਾਦ ਆਏਗਾ। ਸੋ ਆਤਮ ਸਮਰਪਣ ਤੋਂ ਭਾਵ ਹੁੰਦਾ ਹੰਕਾਰ ਦਾ
ਤਿਆਗ ਕਰਨਾ। ਆਪਸ਼ਨ ਆੜਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸੰਗਤ ਤੇ ਪੰਗਤ ਨਾਮਕ ਸੰਸਥਾਵਾਂ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ? ਖਡੂਰ ਸਾਹਿਬ, ਕਰਤਾਰਪੁਰ, ਗੋਇੰਦਵਾਲ ਜਾਂ ਫਿਰ ਲਾਹੌਰ ਦੇ ਵਿੱਚ। ਤਾਂ ਸੰਗਤ ਅਤੇ ਪੰਗਤ ਜੋ ਦੋ ਸੰਸਥਾਵਾਂ ਸੀ, ਇਹਨਾਂ ਦੀ ਸਥਾਪਨਾ ਸੀ ਜਿਹੜੀ ਇਹ ਕਰਤਾਰਪੁਰ ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਆੜਾ ਸਾਡਾ ਸਹੀ ਆਨਸਰ ਆਏਗਾ। ਸੋ ਚਲਦੀ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਸ ਵੀ ਗਰੁੱਪ ਦੇ ਵਿੱਚ ਤੁਸੀਂ ਐਡ ਹੁੰਦੇ ਹੋ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੀ ਸਮਕਾਲੀ ਨੂਰ ਸ਼ਾਹੀ ਕੌਣ ਸੀ? ਬਾਬਰ ਦੀ ਪੁੱਤਰੀ, ਵੈਸ਼ਨਵ ਮਤ ਦੀ ਪ੍ਰਚਾਰਿਕਾ, ਕਾਮਰੂਪ ਦੀ ਜਾਦੂਗਰਨੀ ਜਾਂ ਫਿਰ ਆਲਕ ਖਾਂ ਲੋਧੀ ਦੀ ਪੁੱਤਰੀ। ਤਾਂ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਨੂਰ ਸ਼ਾਹੀ ਸੀ ਜਿਹੜੀ ਉਹ ਕਾਮਰੂਪ ਦੀ ਜਾਦੂਗਰਨੀ ਸੀ। ਆਪਸ਼ਨ ਈਡੀ ਸਾਡਾ ਸਹੀ ਆਨਸਰ ਆਏਗਾ। ਸੋ 82ਵਾਂ ਕੁਐਸਚਨ ਦੇ ਵਿੱਚ ਪ੍ਰੋਬਲਮ ਹੈ ਸਹੀ ਨਹੀਂ ਸੀਗਾ, ਇਸ ਕਰਕੇ ਉਹ ਕੱਟ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਜੋ ਮੁਸਲਿਮ ਸਮਾਜ ਸੀ ਉਹ ਕਿੰਨੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀ ਜਾਂ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ? 1, 2, 3 ਜਾਂ ਫਿਰ 4? ਤਾਂ ਇਹ ਵੰਡਿਆ ਹੋਇਆ ਸੀਗਾ ਜੀ 3 ਸ਼੍ਰੇਣੀਆਂ 3 ਵਰਗਾਂ ਦੇ ਵਿੱਚ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜਨੇਊ ਦੀ ਰਸਮ ਹਿੰਦੂ ਸਮਾਜ ਦੇ ਵਿੱਚ ਕਦੋਂ ਨਿਭਾਈ ਜਾਂਦੀ ਹੈ? ਜਨਮ ਸਮੇਂ, ਵਿਆਹ ਸਮੇਂ, ਮੌਤ ਸਮੇਂ ਜਾਂ ਫਿਰ ਬਚਪਨ ਦੇ ਸਮੇਂ? ਤਾਂ ਜਨੇਊ ਦੀ ਰਸਮ ਹੈ ਜਿਹੜੀ ਹਿੰਦੂ ਸਮਾਜ ਦੇ ਵਿੱਚ ਬਚਪਨ ਸਮੇਂ ਨਿਭਾਈ ਜਾਂਦੀ ਹੈ। ਆਪਸ਼ਨ ਸੱਸਾ ਸਾਡਾ ਸਹੀ ਆਨਸਰ ਆਏਗਾ। ਅੱਗੇ ਜਨੇਊ ਕੀ ਹੁੰਦਾ ਹੈ? ਸੂਤੀ ਧਾਗਾ, ਰੇਸ਼ਮੀ ਧਾਗਾ, ਉੱਨ ਦੀ ਬਣੀ ਮਾਲਾ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਜਨੇਊ ਹੈ ਜਿਹੜਾ ਉਹ ਸੂਤੀ ਧਾਗਾ ਹੁੰਦਾ ਹੈ। ਆਪਸ਼ਨ ਊੜਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪੰਜਾ ਸਾਹਿਬ ਕਿਸ ਸਥਾਨ ਦਾ ਨਾਂ ਰੱਖਿਆ ਗਿਆ ਹੈ? ਕਾਮਰੂਪ ਦਾ, ਮਟਨ ਦਾ, ਹਸਨ ਅਬਦਾਲ ਦਾ ਜਾਂ ਫਿਰ ਤਲਵੰਡੀ ਦਾ? ਤਾਂ ਪੰਜਾ ਸਾਹਿਬ ਹੈ ਜਿਹੜਾ ਨਾਮ ਹਸਨ ਅਬਦਾਲ ਦਾ ਸਥਾਨ ਦਾ ਨਾਮ ਰੱਖਿਆ ਗਿਆ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਪੰਜਾ ਸਾਹਿਬ ਜੋ ਪੱਥਰ ਡੇਗਿਆ ਗਿਆ ਸੀ ਹਸਨ ਅਬਦਾਲ ਦੇ ਵੱਲੋਂ, ਤਾਂ ਪੰਜਾ ਲਗਾ ਕੇ ਰੋਕਿਆ ਗਿਆ ਸੀ। ਸੋ ਇਸ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਸੀ ਅਤੇ ਇਹ ਪੱਥਰ ਨੂੰ ਰੋੜਨ ਵਾਲਾ ਸੀ ਜਿਹੜਾ ਹਸਨ ਅਬਦਾਲ ਸੀ, ਜੋ ਇੱਕ ਹੰਕਾਰੀ ਵਿਅਕਤੀ ਸੀਗਾ। ਅਗਲਾ ਪ੍ਰਸ਼ਨ ਹੈ, ਅੰਜਨ ਮਹਾਨਿਰੰਜਨ ਤੋਂ ਕੀ ਭਾਵ ਹੈ? ਰੱਬ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ, ਸੰਸਾਰਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਸਾਦਾ ਜੀਵਨ ਬਤੀਤ ਕਰਨਾ, ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ, ਮਿਹਨਤ ਦੀ ਰੋਟੀ ਖਾਣਾ ਅਤੇ ਸਤਨਾਮ ਦਾ ਜਾਪ ਕਰਨਾ। ਤਾਂ ਇਹਦਾ ਰਾਈਟ ਆਨਸਰ ਹੈ ਜਿਹੜਾ ਆਏਗਾ ਆਪਸ਼ਨ ਆੜਾ, ਸੰਸਾਰਕ ਬੁਰਾਈਆਂ ਦੇ ਵਿੱਚ ਰਹਿੰਦੇ ਹੋਏ ਸਾਦਾ ਜੀਵਨ ਬਤੀਤ ਕਰਨਾ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਜੋ ਗੁਰੂ ਨਾਨਕ ਦੇਵ ਸੀਗੇ ਤਾਂ ਉਸ ਸਮੇਂ ਪੰਜਾਬ ਦਾ ਕੀ ਨਾਮ ਸੀ? ਲਾਹੌਰ, ਲਾਹੌਰ ਪ੍ਰਾਂਤ, ਪੰਚਨਦ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ? ਤਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਆਏਗਾ ਆਪਸ਼ਨ ਸੱਸਾ, ਕਿਉਂਕਿ ਇਹ ਨਾਮ ਬਾਅਦ ਦੇ ਨੇਗੇ, ਉਸ ਸਮੇਂ ਦੇ ਨਹੀਂ ਸੀ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਜਨਮ ਸਮੇਂ ਪੰਜਾਬ ਵਿੱਚ ਪ੍ਰਮੁੱਖ ਧਰਮ ਕਿਹੜਾ ਸੀ? ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਦੋਂ ਪੰਜਾਬ ਦੇ ਵਿੱਚ ਪ੍ਰਮੁੱਖ ਧਰਮ ਕਿਹੜਾ ਮੰਨਿਆ ਜਾਂਦਾ ਸੀ? ਹਿੰਦੂ, ਬੁੱਧ, ਇਸਲਾਮ ਜਾਂ ਫਿਰ ਜੈਨ? ਤਾਂ ਉਸ ਸਮੇਂ ਪ੍ਰਮੁੱਖ ਧਰਮ ਸੀ ਜਿਹੜਾ ਹਿੰਦੂ ਮੰਨਿਆ ਜਾਂਦਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਹੈ? ਜਪਜੀ ਸਾਹਿਬ, ਵਾਰਮਲਾ, ਆਸਾਂ ਦੀ ਵਾਰ ਜਾਂ ਫਿਰ 12 ਮਾਹ? ਤਾਂ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਆਸਾਂ ਦੀ ਵਾਰ ਦੇ ਵਿੱਚ ਕੀਤਾ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜਨੇਊ ਦੀ ਰਸਮ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਹੈ? ਜਪਜੀ ਸਾਹਿਬ, ਵਾਰਮਲਾ, ਆਸਾ ਦੀ ਵਾਰ ਜਾਂ ਫਿਰ 12 ਮਾਹ ਦੇ ਵਿੱਚ? ਤਾਂ ਇਹ ਕੀਤਾ ਜੀ ਆਸਾ ਦੀ ਵਾਰ ਦੇ ਵਿੱਚ। ਜਨੇਊ ਦੀ ਰਸਮ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਹੋਇਆ ਆਸਾ ਦੀ ਵਾਰ ਵਿੱਚ, ਅਤੇ
ਆਸਾ ਦੀ ਵਾਰ ਦੇ ਵਿੱਚ ਹੀ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਜਿਹੜਾ ਗੁਰੂ ਨਾਨਕ ਦੇਵ ਜੀ ਦੁਆਰਾ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਜਪਜੀ ਸਾਹਿਬ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ 'ਤੇ ਕੀਤੀ? ਕਰਤਾਰਪੁਰ, ਨਨਕਾਣਾ ਸਾਹਿਬ, ਤਾਲੁੰਬਾ ਜਾਂ ਫਿਰ ਨਾਨਕ ਮੱਤਾ ਵਿਖੇ। ਤਾਂ ਇਹ ਕੀਤੀ ਸੀ ਜੀ ਕਰਤਾਰਪੁਰ ਵਿਖੇ। ਆਪਸ਼ਨ ਸੱਸਾ, ਜਪਜੀ ਸਾਹਿਬ ਦੀ ਰਚਨਾ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ, ਸਥਾਨ ਕਰਤਾਰਪੁਰ ਸੀ। ਅਗਲਾ ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਨੇ? ਸੋ ਇਹ ਕੁਐਸਚਨ ਨੂੰ ਜ਼ਰੂਰ ਧਿਆਨ 'ਚ ਰੱਖਿਓ। 907, 974, 679 ਜਾਂ ਫਿਰ 116। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸ਼ਬਦ ਨੇ ਉਹ 974 ਦਰਜ ਨੇ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀਗਾ? ਇਬਰਾਹਿਮ ਲੋਧੀ, ਬਾਬਰ, ਬਹਿਲੋਲ ਲੋਧੀ ਜਾਂ ਫਿਰ ਸਿਕੰਦਰ ਲੋਧੀ। ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸ਼ਾਸਕ ਸੀ ਜਿਹੜਾ ਉਹ ਬਹਿਲੋਲ ਲੋਧੀ ਸੀਗਾ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਭਾਰਤ ਦੇ ਕਿਹੜੇ ਵੰਸ਼ ਦਾ ਰਾਜ ਸੀ? ਲੋਧੀ ਵੰਸ਼, ਖਿਲਜੀ ਵੰਸ਼, ਸੈਯਦ ਵੰਸ਼ ਜਾਂ ਫਿਰ ਗੁਲਾਮ ਵੰਸ਼। ਤਾਂ ਉਸ ਸਮੇਂ ਲੋਧੀ ਵੰਸ਼ ਦਾ ਜਿਹੜਾ ਰਾਜ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਭਾਰਤ 'ਤੇ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੂ ਧਰਮ ਦਾ ਕਿਹੜਾ ਮਤ ਪ੍ਰਚਲਿਤ ਸੀ? ਸ਼ੈਵ ਮਤ, ਵੈਸ਼ਨਵ ਮਤ, ਸ਼ਕਤੀ ਮਤ ਜਾਂ ਫਿਰ ਉਪਰੋਕਤ ਸਾਰੇ। ਤਾਂ ਉਸ ਸਮੇਂ ਹਿੰਦੂ ਦੇ ਧਰਮ ਦੇ ਵਿੱਚ ਇਹ ਸਾਰੇ ਪ੍ਰਚਲਿਤ ਸੀਗੇ। ਸ਼ੈਵ ਮਤ ਵੀ ਸੀਗਾ, ਵੈਸ਼ਨਵ ਵੀ ਸੀਗਾ ਅਤੇ ਸ਼ਕਤੀ ਵੀ ਸੀ। ਤਾਂ ਇੱਥੇ ਮੌਤ ਨਹੀਂ ਹੈ, ਇੱਥੇ ਮਤ ਹੈ ਕਿਉਂਕਿ ਫੌਂਟ ਚੇਂਜ ਹੋ ਜਾਂਦੇ ਹੈ। ਸੋ ਆਪਸ਼ਨ ਸੱਸਾ ਸਾਡਾ ਸਹੀ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਆਖਰੀ ਸਾਲ ਕਿੱਥੇ ਗੁਜ਼ਾਰੇ ਸੀ, ਕਿੱਥੇ ਬਿਤਾਏ ਸੀ? ਖਡੂਰ ਸਾਹਿਬ, ਸੈਯਦਪੁਰ, ਕਰਤਾਰਪੁਰ ਜਾਂ ਫਿਰ ਸੁਲਤਾਨਪੁਰ ਲੋਧੀ ਵਿੱਚ। ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜ਼ਿੰਦਗੀ ਦੇ ਆਖਰੀ ਸਾਲ ਸੀ ਜਿਹੜੇ ਉਹ ਕਰਤਾਰਪੁਰ ਵਿਖੇ ਬਿਤਾਏ ਸੀਗੇ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ ਜੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਐਸਚਨ ਨੇ। ਸੋ ਅਗਲੇ ਕੁਐਸਚਨ ਹੋਣਗੇ ਸਾਡੇ ਜੋ ਸਿੱਖਾਂ ਦੇ ਦੂਜੇ ਗੁਰੂ ਹੋਏ ਨੇ ਸ੍ਰੀ ਗੁਰੂ ਅੰਗਦ ਦੇਵ ਜੀ। ਸੋ ਇਹਨਾਂ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਬਣਦੇ ਨੇ ਸਾਰੇ ਤੁਹਾਨੂੰ ਅਸੀਂ ਕੰਟੀਨਿਊ ਪ੍ਰੋਵਾਈਡ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਧੰਨਵਾਦ ਜੀ।